ਨੌਕਰੀ ਕਰਦੇ ਹੋਏ ਅੰਦਰ ਕੰਪਨੀ ਦੇ ਵਿੱਚ ਕੁਝ ਧਾਂਦਲੀਆਂ ਜੋ ਚੱਲਦੀਆਂ ਸਨ ਪਹਿਲਾਂ ਵੀ ਉਹਦੇ ਬਾਰੇ ਮੈਂ ਟਾਈਮ ਟੂ ਟਾਈਮ ਕੰਪਨੀ ਦੇ ਵਿੱਚ ਉੱਚ ਅਧਿਕਾਰੀਆਂ ਨੂੰ ਅਗਾਹ ਕਰਕੇ ਕੰਪਨੀ ਦੇ ਮੈਂ ਕਰੋੜਾਂ ਰੁਪਏ ਬਚਾਏ ਸਨ। ਗੁੰਡੇ ਟਾਈਪ ਬੰਦੇ ਹਨ, ਇਹ ਕੁਝ ਵੀ ਕਰ ਸਕਦੇ ਹਨ, ਬਟ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ, ਮੈਂ ਬੈਠਾ ਹਾਂ। ਮੈਨੂੰ ਬਿਨਾਂ ਕਿਸੇ ਕਾਰਨ ਦੱਸੇ, ਬਿਨਾਂ ਕੋਈ ਐਲੀਗੇਸ਼ਨ ਲਗਾਏ, ਬਿਨਾਂ ਕੋਈ ਇਨਕੁਆਇਰੀ ਬਿਠਾਏ 27 ਸਾਲ ਦੀ ਨੌਕਰੀ ਮੇਰੀ 15 ਮਿੰਟ 'ਚ ਮੈਨੂੰ ਚਿੱਠੀ ਦਿਖਾ ਕੇ ਧੋਰਤਾ ਵੀ ਤੁਸੀਂ ਘਰ ਜਾਓ, ਤੁਹਾਨੂੰ ਉਹਦੀ ਲੋੜ ਨਹੀਂ ਹੈ। ਇਹਨਾਂ ਨੇ ਉਸੇ ਦਿਨ ਮੇਰਾ ਲੈਪਟਾਪ ਵੀ ਰਖਵਾ ਲਿਆ ਤਾਂ ਕਿ ਉਹਦੇ ਵਿੱਚ ਕੁਝ ਸਬੂਤ ਸਕਣ ਵੀ ਉਹ ਬਾਹਰ ਨਾ ਲਿਜਾ ਸਕੇ। ਵਿਸਲ ਬਜਾਣੀ ਮਹਿੰਗੀ ਪੈ ਗਈ, ਬਹੁਤ ਜ਼ਿਆਦਾ ਮਹਿੰਗੀ ਪਈ ਸਰ। ਤੁਸੀਂ ਕਿਸ ਬੇਸ ਤੇ ਕਹਿ ਰਹੇ ਹੈਗੇ ਹੋ ਵੀ ਤੁਸੀਂ ਸਾਨੂੰ ਨੁਕਸਾਨ ਨਹੀਂ ਹੋਇਆ? ਤੁਸੀਂ ਮੈਨੂੰ ਇਨਵੈਸਟੀਗੇਸ਼ਨ ਰਿਪੋਰਟ ਦੀਆਂ ਕਾਪੀਆਂ ਦਿਓ। ਮੈਂ ਪਰਚੇਜ਼ ਦਾ ਬੰਦਾ 27 ਸਾਲ ਜੌਬ ਕੀਤੀ ਹੈ, ਕੰਪਨੀ ਦਾ ਚੱਪਾ ਮੈਨੂੰ ਚੀਜ਼ਾਂ ਦਾ ਪਤਾ ਹੈ। ਤੁਹਾਡੀ ਅੱਧੀਆਂ ਰਿਪੋਰਟਾਂ ਬੇਨਕਾਬ ਕਰ ਦੂੰਗਾ ਕਿਉਂਕਿ ਕੰਪਨੀ ਅੰਦਰੋਂ ਖੋਖਲੀ ਹੋ ਚੁੱਕੀ ਹੈ ਤੇ ਹਰ ਇੱਕ ਜਿੰਨੇ ਵੀ ਸਾਡੇ ਅੰਦਰ ਕਰਮਚਾਰੀ ਹਨ, ਪੁਰਾਣੇ ਸਾਥੀ ਹਨ, ਉਹਨਾਂ ਦਾ ਸਾਰਿਆਂ ਦਾ ਭਵਿੱਖ ਖਤਰੇ ਵਿੱਚ ਹੈ। ਉਹਦੇ ਨਾਲ ਹੀ ਜਿੰਨੇ ਵੀ ਸ਼ੇਅਰ ਹੋਲਡਰ ਨੇ ਜਿਨ੍ਹਾਂ ਦਾ ਪੈਸਾ ਲੱਗਿਆ ਹੋਇਆ ਉਹਨਾਂ ਦਾ ਭਵਿੱਖ ਵੀ ਖਤਰੇ ਵਿੱਚ। ਅਸੀਂ ਅਕਸਰ ਸਿਆਣਿਆਂ ਤੋਂ ਵੀ ਸੁਣਿਆ ਹੈ ਤੇ ਕਿਤਾਬਾਂ ਵਿੱਚ ਵੀ ਪੜ੍ਹਿਆ ਹੈ ਕਿ ਇਮਾਨਦਾਰ ਬੰਦੇ ਨੂੰ ਤੇ ਸੱਚ ਬੋਲਣ ਵਾਲੇ ਨੂੰ ਇਨਾਮ ਮਿਲਦਾ ਹੈ, ਪਰ ਹਕੀਕਤ ਦੇ ਵਿੱਚ ਕਈ ਵਾਰ ਕਹਾਣੀ ਕੁਝ ਹੋਰ ਹੋ ਜਾਂਦੀ ਹੈ। ਤੇ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਅੱਜ ਤੁਹਾਨੂੰ ਅਜਿਹੇ ਸ਼ਖਸ ਦੇ ਨਾਲ ਮਿਲਵਾਵਾਂਗੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਇਮਾਨਦਾਰ ਰਹਿਣ ਦੀ, ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਸੱਚ ਦਾ ਸ਼ੀਸ਼ਾ ਵਿਖਾਉਣ ਦੀ, ਪਰ ਬਦਲੇ ਦੇ ਵਿੱਚ ਇਨਾਮ ਤਾਂ ਨਹੀਂ ਮਿਲਿਆ, ਪਰ ਸਜ਼ਾ ਜ਼ਰੂਰ ਮਿਲੀ, ਨੌਕਰੀ ਦੇ ਵਿੱਚੋਂ ਕੱਢਿਆ ਗਿਆ। ਸਾਡੇ ਨਾਲ ਮੌਜੂਦ ਨੇ ਸਰਦਾਰ ਹਰਜਿੰਦਰ ਸਿੰਘ ਜੀ, ਗੱਲਬਾਤ ਕਰਾਂਗੇ। ਸਰ, ਮਾਮਲਾ ਕੀ ਹੈ? ਸੁਣਿਆ ਤੁਸੀਂ ਸਵਰਾਜ ਕੰਪਨੀ ਦੇ ਵਿੱਚ ਕੰਮ ਕਰਦੇ ਸੀ, ਤੁਸੀਂ ਕੋਸ਼ਿਸ਼ ਕੀਤੀ ਵੀ ਸੱਚ ਸਾਹਮਣੇ ਆਵੇ, ਪਰ ਤੁਹਾਨੂੰ ਕੱਢ ਦਿੱਤਾ ਗਿਆ। ਇੱਦਾਂ ਸਰ, ਮੈਂ ਪਿਛਲੇ 27 ਸਾਲ ਤੋਂ ਲਗਾਤਾਰ ਪਰਚੇਜ਼ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦਾ ਸੀ। 2018 ਵਿੱਚ ਐਜ਼ ਏ ਮੈਨੇਜਰ ਮੈਂ ਇੱਥੇ ਜੌਬ ਕਰ ਰਿਹਾ ਸੀ। ਪਰਚੇਜ਼ ਦੇ ਵਿੱਚ ਨੌਕਰੀ ਕਰਦੇ ਹੋਏ ਅੰਦਰ ਕੰਪਨੀ ਦੇ ਵਿੱਚ ਕੁਝ ਧਾਂਦਲੀਆਂ ਜੋ ਚੱਲਦੀਆਂ ਸਨ ਪਹਿਲਾਂ ਵੀ ਉਹਦੇ ਬਾਰੇ ਮੈਂ ਟਾਈਮ ਟੂ ਟਾਈਮ ਕੰਪਨੀ ਦੇ ਵਿੱਚ ਉੱਚ ਅਧਿਕਾਰੀਆਂ ਨੂੰ ਅਗਾਹ ਕਰਕੇ ਕੰਪਨੀ ਦੇ ਮੈਂ ਕਰੋੜਾਂ ਰੁਪਏ ਬਚਾਏ ਸਨ। 2015-16 ਤੋਂ ਬਾਅਦ ਕੰਪਨੀ ਦੇ ਵਿੱਚ ਜਿਹੜੀ ਕਰਪਸ਼ਨ ਹੈਗੀ ਹੈ, ਰਿਸ਼ਵਤਖੋਰੀ ਹੈ, ਇਸ ਸੀਮਾ ਤੱਕ ਕ੍ਰਾਸ ਕਰ ਗਈ ਜਿਹੜੀ ਹੱਦੋਂ ਬਾਹਰ ਹੋ ਗਈ। ਉਸ ਦੇ ਤਹਿਤ ਮੈਂ ਜਿਵੇਂ ਕਿ ਮੈਂ ਪਹਿਲਾਂ ਸਾਡੇ ਕੰਪਨੀ ਦੇ ਡਾਇਰੈਕਟਰ ਸਾਨੂੰ ਹੁਣ ਵੀ ਹੈਗੇ ਹਨ, ਮੌਜੂਦਾ ਵੀ ਹਨ, ਗੋਪਾਲ ਬੰਸਲ ਜੀ ਡਾਇਰੈਕਟਰ ਫਾਈਨਾਂਸ ਨੇ, ਉਹਨਾਂ ਨੂੰ ਮੈਂ ਦੁਬਾਰਾ ਅਪਰੋਚ ਕੀਤੀ ਵੀ ਕੰਪਨੀ ਦੇ ਅੰਦਰ ਬਹੁਤ ਮੋਟੀਆਂ ਧਾਂਦਲੀਆਂ ਹੋ ਰਹੀਆਂ ਹਨ ਤੇ ਉਹਨਾਂ ਨੇ ਆਪਣੇ ਹੱਥ ਖੜੇ ਕਰ ਦਿੱਤੇ ਵੀ ਹੁਣ ਜਿਹੜੇ ਦੂਜਾ ਗਰੁੱਪ ਹੈਗਾ ਦੂਜੇ ਡਾਇਰੈਕਟਰ ਹੈਗੇ ਉਹ ਐਮਡੀ ਦੇ ਜ਼ਿਆਦਾ ਕਲੋਜ਼ ਹਨ, ਮੇਰੀ ਕੋਈ ਸੁਣਵਾਈ ਨਹੀਂ ਹੋ ਸਕਦੀ, ਮੈਂ ਕੁਝ ਨਹੀਂ ਕਰ ਸਕਦਾ। ਅਗਰ ਤੁਸੀਂ ਕੰਪਨੀ ਦੇ ਚੰਗੇ ਭਵਿੱਖ ਬਾਰੇ ਕੋਈ ਸੋਚਦੇ ਹੈਗੇ ਹੋ, ਤੁਸੀਂ ਐਮਡੀ ਸਾਹਿਬ ਜਾਂ ਉਹਨਾਂ ਦੇ ਇੱਕ ਜੂਨੀਅਰ ਹੁੰਦੇ ਸੀਗੇ ਮਿਸਟਰ ਤਾਕਾਹਾਸ਼ੀ, ਜਾਪਾਨ 'ਚ ਚਲੇ ਗਏ ਨੇ, ਉਹਨਾਂ ਨੂੰ ਅਪਰੋਚ ਕਰੋ, ਉਹਨਾਂ ਨੂੰ ਸਾਰਾ ਕੁਝ ਦੱਸੋ। ਜਦੋਂ ਮੈਂ ਉਹਨਾਂ ਨੂੰ ਤਾਕਾਹਾਸ਼ੀ ਨੂੰ ਕੁਝ ਗੱਲਾਂ ਦੱਸੀਆਂ, ਉਜਾਗਰ ਕਰਵਾਇਆ, ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ। ਜਦੋਂ ਕਿ ਮੈਂ ਉਹਨਾਂ ਨੂੰ ਕਿਹਾ ਵੀ ਜਿਹੜਾ ਆਹ ਗਰੋਹ ਹੈਗਾ ਇਹ ਐਮਡੀ ਦੇ ਬਹੁਤ ਕਲੋਜ਼ ਹੈ, ਇਹ ਬੜੇ ਗੁੰਡੇ ਟਾਈਪ ਬੰਦੇ ਹਨ, ਇਹ ਕੁਝ ਵੀ ਕਰ ਸਕਦੇ ਹਨ, ਬਟ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ, ਮੈਂ ਬੈਠਾ ਹਾਂ। ਤੇ ਉਹਨਾਂ ਨੂੰ ਮੈਂ ਕਾਫੀ ਚੀਜ਼ਾਂ ਸਬੂਤ ਸਮੇਤ ਪ੍ਰੂਫ ਦਿੱਤੇ ਵੀ ਕੰਪਨੀ 'ਚ ਇਸ ਤਰ੍ਹਾਂ ਦੇ ਘਪਲੇ ਚੱਲ ਰਹੇ ਹਨ। ਜਦੋਂ ਉਹਨਾਂ ਨੂੰ ਇਹ ਚੀਜ਼ ਦਾ ਸਾਡੇ ਜਿਹੜਾ ਚੋਰ ਦੂਜਾ ਗਰੁੱਪ ਸੀਗਾ ਉਹਨਾਂ ਨੂੰ ਭਣਕ ਲੱਗ ਗਈ ਵੀ ਇਹ ਸਾਡੀਆਂ ਗੱਲਾਂ ਲੀਕ ਕਰਨ ਲੱਗਿਆ ਹੈ। ਇਸ ਤੋਂ ਪਹਿਲਾਂ ਐਮਡੀ ਮੇਰੀ ਇਨਕੁਆਇਰੀ, ਮੇਰੀ ਕੰਪਲੇਂਟਾਂ ਦੇ ਉੱਪਰ ਗੌਰ ਕਰਦਾ, ਉਸ ਗਰੁੱਪ ਨੇ ਐਮਡੀ ਨੂੰ ਵਰਗਲਾ ਕੇ ਆਪਦੀਆਂ ਗਲਤੀਆਂ ਤੇ ਪਰਦਾ ਪਾਉਣ ਲਈ ਮੈਨੂੰ ਬਿਨਾਂ ਕਿਸੇ ਕਾਰਨ ਦੱਸੇ, ਬਿਨਾਂ ਕੋਈ ਐਲੀਗੇਸ਼ਨ ਲਗਾਏ, ਬਿਨਾਂ ਕੋਈ ਇਨਕੁਆਇਰੀ ਬਿਠਾਏ 27 ਸਾਲ ਦੀ ਨੌਕਰੀ ਮੇਰੀ 15 ਮਿੰਟ 'ਚ ਮੈਨੂੰ ਚਿੱਠੀ ਦਿਖਾ ਕੇ ਧੋਰਤਾ ਵੀ ਤੁਸੀਂ ਘਰ ਜਾਓ, ਤੁਹਾਨੂੰ ਉਹਦੀ ਲੋੜ ਨਹੀਂ ਹੈ। ਸਰ, 27 ਸਾਲ ਦੀ ਨੌਕਰੀ ਤੁਸੀਂ ਕਿਹਾ 15 ਮਿੰਟ ਦੇ ਵਿੱਚ ਤੁਹਾਡੀ ਖਤਮ ਕਰਕੇ ਤੁਹਾਨੂੰ ਬਾਹਰ ਦਾ ਰਾਹ ਦਿਖਾਇਆ। ਹਾਂਜੀ, ਕੀ ਐਮਡੀ ਸਾਹਿਬ ਨੇ ਜੋ ਐਵੀਡੈਂਸ ਤੁਸੀਂ ਦਿੱਤੇ ਸੀ ਉਹ ਨਹੀਂ ਦੇਖੇ? ਇਹ ਤਾਂ ਹੁਣ ਐਮਡੀ ਸਾਹਿਬ ਨੂੰ ਪਤਾ ਹੋਏਗਾ ਉਹਨਾਂ ਨੇ ਕੀ ਦੇਖਿਆ ਜਾਂ ਉਹਨਾਂ ਨੂੰ ਕੀ ਦਿਖਾਇਆ ਗਿਆ, ਕੀ ਵਰਗਲਾਇਆ ਗਿਆ। ਉਹਨਾਂ ਨੇ ਤਾਂ ਮੈਨੂੰ ਸਿਰਫ ਚਿੱਠੀ ਦੇਤੀ, ਆਹ ਤੁਹਾਡੀ ਚਿੱਠੀ ਹੈ, ਤੁਸੀਂ ਅੱਜ ਤੋਂ ਬਾਅਦ ਕੰਪਨੀ ਤੋਂ ਬਾਹਰ ਹੋ, ਸਾਨੂੰ ਤੁਹਾਡੀ ਕੋਈ ਲੋੜ ਨਹੀਂ। ਹਾਲਾਂਕਿ ਕੰਪਨੀ ਦਾ ਜੋ ਕਲਚਰ ਹੈਗਾ, ਜਦੋਂ ਕਿਸੇ ਵੀ ਬੰਦੇ ਦੀ ਫੁੱਲ ਐਂਡ ਫਾਈਨਲ ਸੈਟਲਮੈਂਟ ਹੁੰਦੀ ਹੈ ਉਸ ਦੌਰਾਨ ਉਹਦਾ ਮੋਬਾਈਲ ਬੰਦ ਕੀਤਾ ਜਾਂਦਾ, ਉਸ ਦਿਨ ਉਸ ਤੋਂ ਲੈਪਟਾਪ ਲਿੱਤਾ ਜਾਂਦਾ ਹੈ। ਲੇਕਿਨ ਮੇਰੇ ਤੋਂ ਜਿਸ ਦਿਨ ਮੇਰੇ ਤੋਂ ਇਹਨਾਂ ਨੇ ਮੈਨੂੰ ਟਰਮੀਨੇਸ਼ਨ ਦੀ ਚਿੱਠੀ ਦੇਣੀ ਚਾਹੀ, ਜੋ ਕਿ ਮੈਂ ਲੈਣ ਤੋਂ ਮਨਾ ਕਰ ਦਿੱਤਾ ਸੀਗਾ, ਉਹ ਮੈਨੂੰ ਬਾਅਦ ਬਾਈ ਪੋਸਟ ਮਿਲੀ ਸੀਗੀ। ਇਹਨਾਂ ਨੇ ਉਸੇ ਦਿਨ ਮੇਰਾ ਲੈਪਟਾਪ ਵੀ ਰਖਵਾ ਲਿਆ ਤਾਂ ਕਿ ਉਹਦੇ ਵਿੱਚ ਕੁਝ ਸਬੂਤ ਸਕਣ ਵੀ ਉਹ ਬਾਹਰ ਨਾ ਲਿਜਾ ਸਕੇ। ਤਾਂ 2 ਦਿਨਾਂ ਬਾਅਦ ਮੇਰਾ ਮੋਬਾਈਲ ਵੀ ਬੰਦ ਕਰਵਾ ਦਿੱਤਾ। ਇਸ ਤਰ੍ਹਾਂ ਦਾ ਇਹਨਾਂ ਨੇ ਮੇਰੇ ਨਾਲ ਅਤਿਆਚਾਰ ਕੀਤਾ ਸੀਗਾ। ਸਰ, ਘੁਟਾਲੇ ਕਿਵੇਂ ਤੁਸੀਂ ਕਿਹਾ ਵੀ ਜੋ ਘਪਲੇ ਹੁੰਦੇ ਸੀ ਜਾਂ ਵਿੱਤੀ ਜੋ ਗੜਬੜ ਅੰਦਰ ਚੱਲ ਰਹੀ ਸੀ,
ਕਿਵੇਂ ਦੀ ਸੀ ਉਹ ਵਿੱਤੀ ਗੜਬੜ ਤੇ ਕਿੰਨੇ ਕੁ ਦਾ ਹੁਣ ਤੱਕ ਤੁਹਾਡੇ ਹਿਸਾਬ ਨਾਲ ਜੋ ਹੈ ਮਾਲਕਾਂ ਨੂੰ ਚੂਨਾ ਲਾਇਆ ਗਿਆ ਜਾਂ ਕੰਪਨੀ ਨੂੰ ਚੂਨਾ ਲਾਇਆ ਗਿਆ? ਇਹ ਮਿਲੀ ਭੁਗਤ ਹੈਗੀ ਆ ਸਰ। ਇਹਦੇ ਵਿੱਚ ਟੈਕਨੀਕਲ ਚੀਜ਼ਾਂ ਹੈਗੀਆਂ ਨੇ, ਤੁਹਾਨੂੰ ਮੈਂ ਇਮੀਡੀਏਟਲੀ ਸ਼ਾਰਟ ਟਾਈਮ ਦੇ ਵਿੱਚ ਨਹੀਂ ਦੱਸ ਸਕਦਾ ਜੀ ਉਸੇ ਨੂੰ ਉਜਾਗਰ ਕਰਨ। ਜਦੋਂ ਮੈਨੂੰ ਇਹਨਾਂ ਨੇ ਕੱਢ ਦਿੱਤਾ ਤੇ ਮੈਂ ਕੰਪਨੀ ਦੇ ਚੇਅਰਮੈਨ ਬੋਰਡ ਮੈਂਬਰਾਂ ਨੂੰ ਚਿੱਠੀਆਂ ਲਿਖੀਆਂ ਜੀ ਵੀ ਮੈਨੂੰ ਇਹ ਕੱਪੜਿਆਂ ਦੇ ਪੇਪਰ ਪਏ ਨੇ, ਮੈਂ ਸਬੂਤ ਵੀ ਲਗਾਏ। ਉਹਨਾਂ ਨੂੰ ਫਿਰ ਮਜਬੂਰਨ ਮੇਰੀ ਨੌਕਰੀ ਟਰਮੀਨੇਸ਼ਨ ਤੋਂ ਬਾਅਦ ਮੇਰੀ ਸੁਣਵਾਈ ਕੀਤੀ ਗਈ। ਹਾਲਾਂਕਿ ਰੂਲ ਤਾਂ ਇਹ ਕਹਿੰਦਾ ਪਹਿਲਾਂ ਸੁਣਵਾਈ ਹੁੰਦੀ ਹੈ, ਬਾਅਦ 'ਚ ਕੱਢਿਆ ਜਾਂਦਾ ਬੰਦਾ, ਲੇਕਿਨ ਮੇਰੇ ਕੇਸ ਉਲਟ ਹੋਇਆ। ਪਹਿਲਾਂ ਮੈਨੂੰ ਟਰਮੀਨੇਸ਼ਨ ਦਾ ਰਸਤਾ ਦਿਖਾਇਆ। ਜਦੋਂ ਉਹਨਾਂ ਨੂੰ ਮੈਂ ਧਮਕੀ ਦਿੱਤੀ, ਮੈਂ ਮੀਡੀਆ 'ਚ ਜਾਣ ਲੱਗਿਆ, ਫਿਰ ਇਹਨਾਂ ਨੇ ਮੇਰੀ ਸੁਣਵਾਈ ਕੀਤੀ। ਸੁਣਵਾਈ ਤੋਂ ਬਾਅਦ ਇਹਨਾਂ ਨੇ ਮਜਬੂਰਨ ਉਹਨਾਂ ਬੰਦੇ ਦੇ ਖਿਲਾਫ ਬਾਹਰ ਕਿਸੇ ਥਰਡ ਪਾਰਟੀ ਤੋਂ ਇਨਕੁਆਇਰੀ ਕਰਵਾਈ, ਇਨਵੈਸਟੀਗੇਸ਼ਨਾਂ ਕਰਾਈਆਂ। ਸੱਚ ਸਾਹਮਣੇ ਆਇਆ ਫਿਰ ਕਿ ਨਹੀਂ ਉਸ ਆਇਆ? ਇਨਵੈਸਟੀਗੇਸ਼ਨ ਤੋਂ ਬਾਅਦ ਹੀ ਉਹਨਾਂ ਨੇ ਉਹ ਜਿਹੜੇ ਗਰੋਹ ਸੀਗੇ, ਜੀ ਕਿਸੇ ਨੂੰ ਸਿੱਧੇ ਤਰੀਕੇ ਨਾਲ, ਜੀ ਕਿਸੇ ਨੂੰ ਅਸਿੱਧੇ ਤਰੀਕੇ ਨਾਲ, ਸਭ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਜਦੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ, ਉਸ ਤੋਂ ਬਾਅਦ ਮੈਂ ਇਹਨਾਂ ਨੂੰ ਦੁਬਾਰਾ ਪੁੱਛਿਆ ਵੀ ਜੋ ਮੇਰੇ ਇਹਦਾ ਮਤਲਬ ਇਹ ਹੋ ਗਿਆ ਜੋ ਮੇਰੇ ਇਲਜ਼ਾਮ ਸੀਗੇ ਉਹ ਸਹੀ ਪਾਏ ਗਏ ਤਾਂ ਮੇਰੀ ਕੋਈ ਸੁਣਵਾਈ ਕੀਤੀ ਜਾਣੀ ਚਾਹੀਦੀ ਆ। ਇਹਨਾਂ ਨੇ ਮੇਰਾ ਕਿਸੇ ਵੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਉਸ ਦੇ ਬਾਅਦ ਫਿਰ ਮੈਂ ਉਹੀ ਗੱਲਾਂ ਸ਼ੇਅਰ ਹੋਲਡਰ ਬਣ ਕੇ ਪੁੱਛਣੀਆਂ ਸੀ, ਕਿਉਂਕਿ ਸ਼ੇਅਰ ਹੋਲਡਰ ਦਾ ਪੂਰਾ ਹੱਕ ਹੈ ਕੰਪਨੀ ਦੇ ਬਾਰੇ ਸਾਰਾ ਕੁਝ ਪੁੱਛਣ ਲਈ। ਤੁਹਾਡੇ ਕੋਲ ਸ਼ੇਅਰ ਪਏ ਨੇ ਕੰਪਨੀ ਦੇ? ਮੈਂ ਉਸ ਤੋਂ ਬਾਅਦ ਸ਼ੇਅਰ ਖਰੀਦੇ ਸੀਗੇ ਇਹ ਕਾਰਵਾਈ ਪਾਉਣ ਲਈ ਐਜ਼ ਅ ਸ਼ੇਅਰ ਹੋਲਡਰ। ਜਦੋਂ ਮੈਂ ਇਹਨਾਂ ਨੂੰ ਸ਼ੇਅਰ ਹੋਲਡਰ ਪਿਛਲੇ ਸਾਲ ਸਤੰਬਰ ਦੇ ਵਿੱਚ AG ਐਨੂਅਲ ਜਨਰਲ ਮੀਟਿੰਗ ਸੀਗੀ, ਉਸ ਦੌਰਾਨ ਉਸ ਤੋਂ ਪਹਿਲਾਂ ਇਹਨਾਂ ਨੂੰ ਮੈਂ ਚਿੱਠੀਆਂ ਲਿਖੀਆਂ, ਮੇਲਾਂ ਵੀ ਪਾਈਆਂ ਵੀ ਮੈਨੂੰ ਇਹ ਸਾਰੀ ਚੀਜ਼ਾਂ ਦੇ ਜਵਾਬ ਚਾਹੀਦੇ ਹਨ। ਜਦੋਂ ਇਹਨਾਂ ਨੇ ਜਵਾਬ ਨਹੀਂ ਦਿੱਤੇ, ਇਹਨਾਂ ਨੂੰ ਫਿਰ ਮੈਂ ਕਿਹਾ ਮੈਂ AGM ਦੇ ਵਿੱਚ ਮੀਡੀਆ ਵਾਲੇ ਵੱਲੋਂ ਲੈ ਕੇ ਆਵਾਂਗਾ, ਉੱਥੇ ਮੈਂ ਕੁਐਸਚਨ ਪੁੱਟ ਕਰਾਂਗਾ, ਤੁਹਾਡੀ ਰਿਕਾਰਡਿੰਗ ਹੋਏਗੀ। ਇਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ AGM ਦੇ ਵਿੱਚ ਕੋਈ ਮੀਡੀਆ ਦਾ ਬੰਦਾ ਨਾ ਲੈ ਕੇ ਆਇਆ, ਤੁਹਾਡੇ ਬਾਰੇ ਅਸੀਂ ਬਹਿ ਕੇ ਗੱਲ ਕਰਾਂਗੇ AGM ਦੇ ਵਿੱਚ। AGM ਤੋਂ ਬਾਅਦ ਮੇਰੀ ਚੇਅਰਮੈਨ ਸਾਹਿਬ ਨਾਲ ਆਮਣ ਸਾਹਮਣੇ ਮੀਟਿੰਗ ਹੋਈ। ਉਸ ਦੌਰਾਨ ਮੈਂ ਸਾਰੀ ਗੱਲ ਮੈਂ ਚੇਅਰਮੈਨ ਸਾਹਿਬ ਕੋਲ ਆਪਣਾ ਪੱਖ ਰੱਖਿਆ ਵੀ ਮੈਂ ਕੀ ਗੁਨਾਹ ਕੀਤਾ। ਮੈਂ ਤਾਂ ਤੁਹਾਨੂੰ ਚੋਰਾਂ ਬਾਰੇ ਅਗਾਹ ਕੀਤਾ ਵੀ ਇਹ ਚੋਰ ਨੇ, ਜੋ ਕਿ ਤੁਹਾਨੂੰ ਬਾਅਦ ਦੇ ਵਿੱਚ ਸਮਝ ਆਈ। ਤੁਸੀਂ ਉਹਨੂੰ ਕਿਸੇ ਵੀ ਤਰੀਕੇ ਨਾਲ ਬਾਹਰ ਕੱਢ ਦਿੱਤਾ ਵੀ ਹੁਣ ਮੇਰੀ ਸੁਣਵਾਈ ਕਰੋ। ਤਾਂ ਉਹਨਾਂ ਨੇ ਮੈਨੂੰ ਆਖਿਆ ਸੀ ਇੱਕੋ ਗੱਲ ਵੀ ਮੈਂ ਤੈਨੂੰ ਰੱਖ ਨਹੀਂ ਸਕਦਾ ਨੌਕਰੀ ਦੇ ਵਿੱਚ, ਮੇਰੀ ਮਜਬੂਰੀ, ਲੇਕਿਨ ਤੈਨੂੰ ਅਸੀਂ ਜਿਹੜਾ 10 ਸਾਲ ਦਾ ਤੇਰਾ ਨੁਕਸਾਨ ਆਇਆ ਹੋਇਆ ਉਹਨੂੰ ਅਸੀਂ ਕਿਸੇ ਤਰੀਕੇ ਨਾਲ ਕੁਝ ਨਾ ਕੁਝ ਕੰਪਨਸੇਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੁਹਾਨੂੰ ਜਦੋਂ ਤੁਸੀਂ ਪਹਿਲਾਂ ਐਵੀਡੈਂਸ ਦੱਸਦੇ ਸੀ, ਮਤਲਬ ਕੰਪਨੀ ਵਿੱਚ ਅਜਿਹਾ ਕੋਈ ਰੂਲ ਨਹੀਂ ਹੁੰਦਾ ਵੀ ਜੇ ਕੰਪਨੀ ਵਿੱਚ ਕੋਈ ਗੜਬੜ ਹੋ ਰਹੀ ਹੈ ਤੁਸੀਂ ਉੱਚ ਅਧਿਕਾਰੀਆਂ ਨੂੰ ਚੁੱਪ-ਚਪੀਤੇ ਦੱਸ ਸਕਦੇ ਹੋ, ਤੁਹਾਡਾ ਨਾਮ ਉਜਾਗਰ ਨਾ ਕੀਤਾ ਜਾਵੇ? ਉਸ ਨੂੰ ਸਰ ਇੱਕ ਵਿਸਲ ਬਲੋ ਪਾਲਿਸੀ ਕਹਿੰਦੇ ਨੇ। ਉਹ ਜਿਹੜੀ ਵੀ ਕੰਪਨੀ ਲਿਸਟਡ ਕੰਪਨੀਆਂ ਹੁੰਦੀਆਂ ਨੇ ਉਹਨਾਂ ਨੂੰ ਸੈਬੀ ਦੀ ਗਾਈਡਲਾਈਨਸ ਹੈ, ਉਹਨਾਂ ਨੂੰ ਵਿਸਲ ਬਲੋ ਪਾਲਿਸੀ ਅਡਾਪਟ ਕਰਨੀ ਪੈਂਦੀ ਹੈ। ਤੁਹਾਡੀ ਕੰਪਨੀ ਨੇ ਕੀਤੀ ਅਡਾਪਟ? ਮੇਰੀ ਕੰਪਨੀ ਨੇ ਵਿਸਲ ਬਲੋ ਪਾਲਿਸੀ ਅਡਾਪਟ ਕੀਤੀ ਹੈਗੀ ਹੈ। ਉਹਦੇ ਤਹਿਤ ਹੀ ਆ ਦੇਖੋ ਵਿਸਲ ਬਲੋ ਪਾਲਿਸੀ ਕੰਪਨੀ ਦੀ ਬਣੀ ਹੋਈ ਹੈ ਜੀ। ਉਹਦੇ ਤਹਿਤ ਹੀ ਮੈਂ ਇਹਨਾਂ ਨੂੰ ਸਾਰੀਆਂ ਇਨਫੋਰਮੇਸ਼ਨਾਂ ਦੱਸੀਆਂ ਸੀ। ਲੇਕਿਨ ਤੁਸੀਂ ਤਾਂ ਵਿਸਲ ਵਜਾਈ, ਉਹਨਾਂ ਨੇ ਤੁਹਾਡੇ ਬੈਂਡ ਵਜਾਤਾ। ਇਸ ਤੋਂ ਪਹਿਲਾਂ ਕਿ MD ਨੂੰ ਸਮਝ ਆਉਂਦਾ, ਇਹਨਾਂ ਨੇ MD ਨੂੰ ਗੁੰਮਰਾਹ ਕਰਕੇ ਜੀ ਪਤਾ ਨਹੀਂ ਉਹਨਾਂ ਨੂੰ ਕਿਆ ਸੱਚ ਦੱਸਿਆ ਕਿਆ ਝੂਠ ਦੱਸਿਆ, ਰੱਬ ਜਾਣਦਾ। ਮੈਨੂੰ ਬਿਨਾਂ ਕੋਈ ਕਾਰਨ ਦੱਸੇ, ਬਿਨਾਂ ਕੋਈ ਐਲੀਗੇਸ਼ਨ ਲਗਾਏ, ਸਿੰਪਲ ਇੱਕ ਦੋ ਹਫ਼ਤਿਆਂ ਕਰਦਾ ਵੀ ਤੁਹਾਨੂੰ ਅਸੀਂ 2 ਮਹੀਨੇ ਦੀ ਤਨਖਾਹ ਦੇ ਕੇ ਗੇਟ ਤੋਂ ਬਾਹਰ ਕਰ ਰਹੇ ਹਾਂ, ਸਾਨੂੰ ਤੁਹਾਡੀ ਕੋਈ ਲੋੜ ਨਹੀਂ ਹੈ। ਮਤਲਬ ਵਿਸਲ ਵਜਾਣੀ ਮਹਿੰਗੀ ਪੈ ਗਈ? ਬਹੁਤ ਜ਼ਿਆਦਾ ਮਹਿੰਗੀ ਪਈ ਸਰ, ਬਹੁਤ ਜ਼ਿਆਦਾ ਮਹਿੰਗੀ ਪਈ। ਮੈਂ ਤਾਂ ਮੰਗ ਕਰੂੰਗਾ ਵੀ ਜਿਹੜੇ ਤਾਕਾਹਾਸ਼ੀ ਹੈ ਉਹਨਾਂ ਨੂੰ ਇੱਥੇ ਬੁਲਾ ਕੇ ਉਹਦਾ ਪਾਸਪੋਰਟ ਜ਼ਬਤ ਕੀਤਾ ਜਾਵੇ। ਉਹ ਕੌਣ ਨੇ? ਤਾਕਾਹਾਸ਼ੀ ਜਿਹੜਾ ਉਸ ਟਾਈਮ ਦੇ MD ਸੀਗੇ ਮਿਸਟਰ ਸੈਤੋ, ਉਹਨਾਂ ਦੇ ਜੂਨੀਅਰ ਸੀਗੇ। ਉਹਦਾ ਕਹੇ ਤੇ ਹੀ ਮੈਂ ਇੰਨੀਆਂ ਉਹਨਾਂ ਜਦੋਂ ਮੈਨੂੰ ਪੂਰਾ ਭਰੋਸਾ ਦਿੱਤਾ, ਉਹਦੇ ਤਹਿਤ ਹੀ ਮੈਂ ਖੁੱਲ੍ਹ ਕੇ ਉਹਨਾਂ ਨੂੰ ਸਬੂਤ ਦਿੱਤੇ। ਮਤਲਬ ਉਹ ਮਿਲੇ ਹੋਏ ਸੀ? ਮਿਲੇ ਉਹਨਾਂ ਮਿਲੇ ਨਹੀਂ ਹੋਏ, ਮੈਂ ਕਹਿ ਸਕਦਾ ਉਹਨਾਂ ਨੇ ਗੱਲ ਲੀਕ ਕਰ ਦਿੱਤੀ। ਉਹ ਤਾਂ ਚਾਹੁੰਦੇ ਸੀਗੇ ਇਸ ਤੋਂ ਪਹਿਲਾਂ ਕਿ ਉਹ ਕੁਝ ਕਾਰਵਾਈ ਪੈਂਦੇ। ਇਹ ਜਿਹੜਾ ਗਰੁੱਪ ਸੀਗਾ ਇਹਨਾਂ ਨੇ ਤਾਕਾਹਾਸ਼ੀ ਦੀ ਵੀ ਰਵਾਨਗੀ ਪਵਾ ਦਿੱਤੀ। ਸਰ ਜਦੋਂ ਤੁਸੀਂ ਐਵੀਡੈਂਸ ਦੱਸਦੇ ਸੀ ਜਾਂ ਤੁਸੀਂ ਜਦੋਂ ਵਿਸਲ ਬਚਾਉਣੀ ਸ਼ੁਰੂ ਕੀਤੀ, ਤੁਸੀਂ ਸੱਚ ਸਾਹਮਣੇ ਲਿਆਉਣਾ ਸ਼ੁਰੂ ਕੀਤਾ ਜਾਂ ਕੋਸ਼ਿਸ਼ ਕੀਤੀ ਵੀ ਮਾਲਕਾਂ ਨੂੰ MD ਨੂੰ ਪਤਾ ਲੱਗੇ, ਉਦੋਂ ਤੁਹਾਡੇ ਤੱਕ ਅਪਰੋਚ ਨਹੀਂ ਹੋਈ ਵੀ ਤੂੰ ਵੀ ਚੁੱਪ ਕਰਕੇ ਬਹਿ ਜਾ ਹਰਜਿੰਦਰ ਸਿੰਘ, ਤੈਨੂੰ ਅਸੀਂ ਸੈਟਲਮੈਂਟ ਤੇਰੇ ਨਾਲ ਕਰ ਲੈਂਦੇ ਹਾਂ? ਨਹੀਂ, ਇਹਨਾਂ ਨੇ ਮੈਨੂੰ ਕਿਉਂਕਿ ਉਹਨਾਂ ਨੂੰ ਮੇਰੀ ਨੇਚਰ ਬਾਰੇ ਪਤਾ ਸੀਗਾ ਵੀ ਇਹ ਬੰਦਾ ਵਿਕਾਊ ਨਹੀਂ ਹੈ। ਉਹ ਇਸ ਤਰੀਕੇ ਨਾਲ ਮੈਨੂੰ ਆਫਰ ਨਹੀਂ ਦੇ ਸਕਦੇ ਸਨ। ਇਸੇ ਨੂੰ ਕਵਰ ਕਰਨ ਲਈ ਇਹਨਾਂ ਨੇ ਮੈਨੂੰ ਬਾਹਰ ਦਾ ਰਸਤਾ ਦਿਖਾਇਆ। ਤੇ ਹੁਣ ਅੱਗੇ ਤੁਸੀਂ ਹੁਣ ਕੀ ਮੰਗ ਕਰਦੇ ਹੋ? ਤੁਸੀਂ ਲੀਗਲੀ ਜਾ ਰਹੇ ਹੋ ਜਾਂ ਤੁਸੀਂ ਕੀ ਹੁਣ ਕਿਵੇਂ ਇਹਨਾਂ ਨੂੰ ਬੇਨਕਾਬ ਕਰੋਗੇ, ਜਾਂ ਤੁਹਾਨੂੰ ਲੱਗਦਾ ਹੈ ਵੀ ਹਾਂ ਜੋ ਤੁਸੀਂ ਉਦੋਂ ਸੱਚ ਕਿਹਾ ਸੀ ਵੀ ਉਹ ਹੁਣ ਲੋਕਾਂ ਸਾਹਮਣੇ ਆਵੇ, ਜਾਂ ਤੁਹਾਡੇ ਬਾਕੀ ਜਿਹੜੇ ਸਾਥੀ ਨੇ ਸਵਰਾਜ ਵਿੱਚ ਕੰਮ ਕਰ ਰਹੇ ਨੇ ਜਾਂ ਸ਼ੇਅਰ ਹੋਲਡਰ ਨੇ ਉਹਨਾਂ ਸਾਹਮਣੇ ਆਵੇ? ਸਰ ਇੱਦਾਂ ਹੈਗਾ ਜੀ, ਜਦੋਂ ਇਹਨਾਂ ਨੇ ਇਨਕੁਆਇਰੀਆਂ ਖਤਮ ਕੀਤੀਆਂ, ਇਨਕੁਆਇਰੀ ਦੌਰਾਨ ਇਹਨਾਂ ਨੇ ਬੋਰਡ ਮੀਟਿੰਗ ਦੇ ਵਿੱਚ ਇੱਕ ਲੈਟਰ ਲਿਖ ਦਿੱਤਾ ਪਬਲਿਕਲੀ ਵੀ ਅਸੀਂ ਬਾਹਰਲੀ ਕੰਪਨੀਆਂ ਤੋਂ ਇਨਕੁਆਇਰੀਆਂ ਕਰਾਈਆਂ। ਉਸ ਕੰਪਨੀ ਦੌਰਾਨ ਸਾਨੂੰ ਕੋਈ ਮਾਲੀ ਨੁਕਸਾਨ ਨਹੀਂ ਮਿਲਿਆ, ਹਾਲਾਂਕਿ ਕੰਪਨੀ ਦੇ ਅੰਦਰ ਤਰੁੱਟੀਆਂ ਮਿਲੀਆਂ। ਉਸ ਜਦੋਂ ਲੈਟਰ ਇਹਨਾਂ ਨੇ ਅਗਸਤ 2019 ਵਿੱਚ ਕੱਢਿਆ ਸੀ, ਮੈਂ ਉਸੇ ਨੂੰ 2 ਦਿਨਾਂ ਬਾਅਦ ਮੈਂ ਆਬਜੈਕਸ਼ਨ ਕੀਤਾ ਸੀਗਾ, ਜਿਹਦੇ ਵਿੱਚ ਮੈਂ ਇਹਨਾਂ ਨੂੰ ਐਗਜ਼ਾਮਪਲ ਦਿੱਤੀ ਵੀ ਕੰਪਨੀ ਨੂੰ ਇੱਕ ਚੀਜ਼ ਪਿੱਛੇ 1 ਕਰੋੜ ਦਾ ਨੁਕਸਾਨ ਹੋ ਰਿਹਾ ਸਾਲਾਨਾ।
ਇਹਨਾਂ ਨੇ ਉਸ ਚੀਜ਼ ਦਾ ਵੀ ਕੋਈ ਜਵਾਬ ਨਹੀਂ ਦਿੱਤਾ। ਉਸ ਦੇ ਮੱਦੇਨਜ਼ਰ ਜਦ ਇਹਨਾਂ ਨੂੰ ਜਵਾਬ ਦੇਣਾ ਮਨਾ ਕਰਤਾ, ਫਿਰ ਮੈਂ ਐਜ਼ ਏ ਸ਼ੇਅਰ ਹੋਲਡਰ ਬਹੁਤ ਸਾਰੇ ਕੁਐਸਚਨ ਪੁੱਟ ਕੀਤੇ, ਇਹ ਕਿਸੇ ਦਾ ਜਵਾਬ ਨਹੀਂ ਦੇ ਸਕੇ। ਜਦ ਕਿ ਇਹਨਾਂ ਨੂੰ ਮੈਂ ਦੁਬਾਰ-ਬਾਰ ਇਹ ਗੱਲ ਕਹਿ ਰਿਹਾ ਹੈਗਾ ਵੀ ਅਗਰ ਮੇਰੀਆਂ ਗੱਲਾਂ ਸੱਚ ਸਹੀ, ਤੁਸੀਂ ਕਿਸ ਬੇਸ ਤੇ ਕਹਿ ਰਹੇ ਹੈਗੇ ਹੋ ਵੀ ਤੁਸੀਂ ਸਾਨੂੰ ਨੁਕਸਾਨ ਨਹੀਂ ਹੋਇਆ, ਤੁਸੀਂ ਮੈਨੂੰ ਇਨਵੈਸਟੀਗੇਸ਼ਨ ਰਿਪੋਰਟ ਦੀਆਂ ਕਾਪੀਆਂ ਦਿਓ। ਮੈਂ ਪਰਚੇਜ਼ ਦਾ ਬੰਦਾ 27 ਸਾਲ ਜੌਬ ਕੀਤੀ ਹੈ, ਕੰਪਨੀ ਦਾ ਚੱਪਾ ਮੈਨੂੰ ਚੀਜ਼ਾਂ ਦਾ ਪਤਾ ਹੈ। ਤੁਹਾਡੀ ਅੱਧੀਆਂ ਰਿਪੋਰਟਾਂ ਬੇਨਕਾਬ ਕਰ ਦੂੰਗਾ ਮੈਂ, ਕਿਉਂਕਿ ਇਹਨਾਂ ਨੇ ਆਪਦੇ ਆਪ ਨੂੰ ਕਵਰ ਕਰਨ ਲਈ, ਆਪਣੇ ਪੁਰਾਣੇ ਐਮਡੀ ਨੂੰ ਕਵਰ ਕਰਨ ਲਈ, ਕਿਉਂਕਿ ਹਰ ਇੱਕ ਚੀਜ਼ ਦਾ ਜੋ ਫਾਈਨਲ ਡਿਸੀਜਨ ਐਮਡੀ ਹੁੰਦਾ ਹੈ, ਐਮਡੀ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਫਸਦਾ ਹੈ, ਚਾਹੇ ਉਹ ਮਜਬੂਰੀ 'ਚ ਫਸ ਗਿਆ, ਚਾਹੇ ਜਾਣਬੁੱਝ ਕੇ ਫਸਿਆ, ਲੇਕਿਨ ਉਸ ਨੂੰ ਕਵਰ ਕਰਨ ਲਈ ਇਹਨਾਂ ਨੇ ਗੋਲ ਮੋਲ ਦਾ ਜਵਾਬ ਦੇ ਦਿੱਤਾ, ਜਿਹਨੂੰ ਮੈਂ ਨੰਗਾ ਕਰਨਾ ਚਾਹੁੰਦਾ ਹੈਗਾ। ਇਹਨਾਂ ਨੂੰ 1 ਸਾਲ ਤੋਂ ਮੈਂ ਇਨਕੁਆਇਰੀ ਦੀਆਂ ਕਾਪੀਆਂ ਮੰਗ ਰਿਹਾ ਹਾਂ, ਇਹ ਕਿਸੇ ਵੀ ਕਾਪੀ ਦਾ ਜਵਾਬ ਨਹੀਂ ਦੇ ਰਹੇ। ਉਲਟਾ ਮਿਨਿਸਟਰੀ ਆਫ ਕਾਰਪੋਰੇਟ ਨੂੰ, ਸੈਬੀ ਨੂੰ ਇਹ ਚਿੱਠੀ ਲਿਖ ਰਹੇ ਹਨ ਵੀ 1 ਸਾਲ ਦਾ ਜਿੰਨੇ ਵੀ ਸਾਨੂੰ ਆਪਣਾ ਸ਼ੇਅਰ ਹੋਲਡਰਾਂ ਦੀਆਂ ਇਨਕੁਆਇਰੀਆਂ ਆਈਆਂ ਸਾਰੀਆਂ ਅਸੀਂ ਜ਼ੀਰੋ ਕਰ ਦਿੱਤੀਆਂ, ਜਦ ਕਿ ਮੇਰੀ 1.5 ਸਾਲ ਤੋਂ ਕਿਸੇ ਵੀ ਗੱਲ ਦਾ ਕੋਈ ਜਵਾਬ ਨਹੀਂ ਦੇ ਰਹੇ। ਝੂਠੀਆਂ ਸੈਬੀ ਨੂੰ ਚਿੱਠੀਆਂ ਲਿਖ ਰਹੇ ਹਨ, ਝੂਠੀਆਂ ਸਟਾਕ ਐਕਸਚੇਂਜ ਚਿੱਠੀਆਂ ਲੱਗ ਰਹੇ ਹਨ। ਹੁਣ ਮੈਂ ਮਿਨਿਸਟਰੀ ਆਫ ਕਾਰਪੋਰੇਟ ਨੂੰ ਵੀ ਇਹ ਮੁੱਦਾ ਚੁੱਕਿਆ ਹੈ, ਹੁਣ ਆਉਣ ਵਾਲੇ ਸਮੇਂ ਵਿੱਚ ਦੇਖਦੇ ਹਾਂ ਕੀ ਕਰਦੇ। ਸਰ ਤੁਸੀਂ ਪਰਚੇਜ ਵਿੱਚ ਰਹੇ ਹੋ, ਕੋਈ ਇਦਾਂ ਦੀ ਧਾਂਦਲੀ ਵੀ ਹੋਈ ਹੈ ਜਿਵੇਂ ਹੁਣ ਟੈਂਡਰ ਪਾਏ ਜਾਂਦੇ ਨੇ, ਕੋਈ ਸਮਾਨ ਪਰਚੇਜ ਕਰਨਾ ਹੈ, 100 ਰੁਪਏ ਦੀ ਚੀਜ਼ ਹੈ ਤਾਂ ਕਿਸੇ ਆਪਣੇ ਬੰਦਿਆਂ ਨੂੰ ਖੜਾ ਕਰਤਾ, 100 ਵਾਲੀ ਚੀਜ਼ ਨੂੰ ਕਿਹਾ ਘੱਟੋ ਘੱਟ ਤੂੰ 200 ਲਾ ਦੇ, ਤੂੰ 250 ਲਾ ਦੇ, ਤੂੰ 300 ਲਾ ਦੇ, ਇਦਾਂ ਵੀ ਕੋਈ ਧਾਂਦਲੀ ਹੋਈ ਹੈ? ਇਹਦਾ ਬਹੁਤ ਕੁਝ ਹੁੰਦਾ ਕੰਪਨੀ ਦੇ ਅੰਦਰ ਜੀ। ਜਿਵੇਂ ਕੋਈ ਮੰਨ ਲਓ ਤੁਹਾਡਾ ਇਹ ਕੈਮਰਾ ਹੈਗਾ, ਮੈਂ ਕੈਮਰਾ ਪਰਚੇਜ ਕਰਨਾ, ਮੈਂ 3 ਬੰਦਿਆਂ ਤੋਂ ਕੋਟੇਸ਼ਨ ਲਵਾਂਗਾ ਤੇ ਮੈਂ ਤਾਂ ਰੂਟੀਨ 'ਚ ਮਾਲ ਲੈਣਾ ਹੈਗਾ। ਮੈਂ ਇੱਕ ਨੂੰ ਕਹੂੰਗਾ ਤੂੰ 100 ਰੁਪਏ ਦੀ ਕੋਟੇਸ਼ਨ ਦੇ ਦੇ, ਇੱਕ ਨੂੰ ਕਹੂੰਗਾ 125 ਦੀ ਦੇ ਦੇ, ਇੱਕ ਨੂੰ ਕਹੂੰਗਾ 150 ਦੇ ਦੇ, ਤੇ ਜਿਹਨੂੰ ਮੈਂ ਦੇਣਾ ਹੈਗਾ ਉਹਨੂੰ ਮੈਂ ਪਹਿਲਾਂ ਹੀ ਘੱਟ ਰੇਟ ਦਿਖਾਊਂਗਾ, ਆਪਦੇ ਆਪ ਨੂੰ ਜਸਟੀਫਾਈ ਕਰਨਾ। ਤੇ ਬਹੁਤ ਕੁਝ ਚੱਲਦਾ ਕੰਪਨੀ ਦੇ ਵਿੱਚ ਮਿਲੀ ਭੁਗਤ ਨਾਲ। ਤੇ ਕਿੰਨੇ ਕੁ ਤਾਂ ਅਮੂਮਨ ਜੇ ਆਪਾਂ ਅਪਰੋਕਸੀਮੇਟ ਲਾਈਏ, ਕਿੰਨੇ ਕੁ ਤਾਂ ਹੁਣ ਤੱਕ ਘੁਟਾਲਾ ਤੁਹਾਡੀ ਨਜ਼ਰ ਦੇ ਵਿੱਚ ਜੋ ਇਹ ਕੰਪਨੀ ਵਿੱਚ ਹੋ ਚੁੱਕਾ ਹੈ? ਦੇਖੋ ਜੀ, ਅਗਰ ਤੁਸੀਂ ਕੰਪਨੀ ਦੇ ਬਿਹਾਫ ਤੇ ਚੱਲੋਗੇ, ਕੰਪਨੀ ਨੇ ਤਾਂ ਗੋਲਮੋਲ ਜਵਾਬ ਆਲਰੇਡੀ ਦੇ ਚੁੱਕੇ ਨੇ ਵੀ ਸਾਨੂੰ ਕੋਈ ਨੁਕਸਾਨ ਨਹੀਂ ਮਿਲਿਆ, ਜਦ ਕਿ ਮੈਂ ਇੰਨੀਆਂ ਚਿੱਠੀਆਂ ਤੇ ਮੇਲਾਂ ਪਾਈਆਂ ਨੇ, ਕਿਸੇ ਦਾ ਜਵਾਬ ਨਹੀਂ ਦੇ ਸਕਦੇ, ਨਾ ਦਿੱਤੇ ਹਨ, ਨਾ ਹੀ ਦੇਣਗੇ। ਲੇਕਿਨ ਜਦੋਂ ਇਹ ਰਿਪੋਰਟਾਂ ਆਉਣਗੀਆਂ, ਕਾਫੀ ਕੁਝ ਪਰਦਾਫਾਸ਼ ਕਰੇਗਾ। ਲੇਕਿਨ ਮੈਂ ਤਾਂ ਮੁੱਖ ਮੰਤਰੀ ਪੰਜਾਬ ਔਰ ਪ੍ਰਾਈਮ ਮਿਨਿਸਟਰ ਆਫਿਸ ਨੂੰ ਅਪੀਲ ਕਰਾਂਗੇ, ਇੱਥੇ ਵਿਜੀਲੈਂਸ ਇਨਕੁਆਇਰੀ 'ਚ ਹੋਈ ਹੈ, ਘੱਟੋ ਘੱਟ ਨਹੀਂ ਤਾਂ 100 ਕਰੋੜ ਦਾ ਤੁਹਾਨੂੰ ਘਪਲਾ ਇੱਥੇ ਨਿਕਲੇਗਾ। ਇਹੀ ਕਾਰਨ ਹੈਗਾ ਜਿਹੜੀ ਇੰਨੇ ਸਾਲਾਂ ਤੋਂ ਕੰਪਨੀ ਲਗਾਤਾਰ ਪ੍ਰੋਫਿਟ ਆਉਂਦੀ ਇਸ ਸਾਲ ਘਾਟੇ ਵਿੱਚ ਚਲੀ ਗਈ ਹੈ, ਤੇ ਇਹ ਹੁਣ ਘਾਟਾ ਹਰ ਇੱਕ ਸਾਲ ਵਧਣਾ ਹੈ, ਕਿਉਂਕਿ ਕੰਪਨੀ ਅੰਦਰੋਂ ਖੋਖਲੀ ਹੋ ਚੁੱਕੀ ਹੈ, ਤੇ ਹਰ ਇੱਕ ਜਿੰਨੇ ਵੀ ਸਾਡੇ ਅੰਦਰ ਕਰਮਚਾਰੀ ਹਨ, ਪੁਰਾਣੇ ਸਾਥੀ ਹਨ, ਉਹਨਾਂ ਦਾ ਸਾਰਿਆਂ ਦਾ ਭਵਿੱਖ ਖਤਰੇ ਵਿੱਚ ਹੈ। ਉਹਦੇ ਨਾਲ ਹੀ ਜਿੰਨੇ ਵੀ ਸ਼ੇਅਰ ਹੋਲਡਰ ਨੇ, ਜਿਨ੍ਹਾਂ ਦਾ ਪੈਸਾ ਲੱਗਿਆ ਹੋਇਆ, ਉਹਨਾਂ ਦਾ ਭਵਿੱਖ ਵੀ ਖਤਰੇ ਵਿੱਚ ਹੈ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸਰਦਾਰ ਹਰਜਿੰਦਰ ਸਿੰਘ ਜੀ, ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਨੇ ਕੋਸ਼ਿਸ਼ ਬਹੁਤ ਕੀਤੀ ਕਿ ਜੋ ਜਾਂਚ ਰਿਪੋਰਟ ਹੈ ਉਹ ਸਾਹਮਣੇ ਆਵੇ, ਇਹਨਾਂ ਨੂੰ ਦਿੱਤੀ ਜਾਵੇ ਜਾਂ ਜਨਤਕ ਕੀਤੀ ਜਾਵੇ, ਤਾਂ ਜੋ ਪਤਾ ਲੱਗ ਸਕੇ ਇੰਪਲੋਈਜ਼ ਨੂੰ ਵੀ, ਮੁਲਾਜ਼ਮਾਂ ਨੂੰ ਵੀ ਤੇ ਸ਼ੇਅਰ ਹੋਲਡਰਸ ਨੂੰ ਵੀ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਪਰ ਉਹ ਜਾਂਚ ਰਿਪੋਰਟ ਹੁਣ ਤੱਕ ਸਾਹਮਣੇ ਨਹੀਂ ਆਈ। ਤੇ ਦੂਜੀ ਗੱਲ, ਕੰਪਨੀ ਦੇ ਕੁਝ ਉੱਚ ਅਧਿਕਾਰੀਆਂ ਦੇ ਨਾਲ ਵੀ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਜਵਾਬ ਨਹੀਂ ਮਿਲਿਆ। ਤੇ ਹੁਣ ਜੋ ਸਵਾਲ ਸਰਦਾਰ ਹਰਜਿੰਦਰ ਸਿੰਘ ਜੀ ਨੇ ਖੜੇ ਕੀਤੇ ਨੇ, ਉਹ ਆਪਣੇ ਆਪ ਦੇ ਵਿੱਚ ਇਹ ਦੱਸਣ ਨੂੰ ਕਾਫੀ ਨੇ ਕਿ ਜੋ ਮੁਲਾਜ਼ਮ ਕਈ ਸਾਲਾਂ ਤੋਂ ਕੰਪਨੀ ਦੇ ਨਾਲ ਜੁੜੇ ਨੇ, ਉਹਨਾਂ ਦਾ ਭਵਿੱਖ ਖਤਰੇ ਵਿੱਚ ਹੈ, ਕਿਉਂਕਿ ਘੁਟਾਲਿਆਂ ਨੇ ਕੰਪਨੀ ਦੀ ਬੁਨਿਆਦ ਨੂੰ ਖੋਖਲਾ ਕਰ ਦਿੱਤਾ ਹੈ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।